हालेलुया हालेलुया। मेरा टॉपिक है ਜਿਹੜਾ ਅੱਜ ਦਾ ਬੁਨਿਆਦ ਸਾਡੀ ਮਸੀਹ ਦੀ ਬੁਨਿਆਦ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤੇ ਅਸੀਂ ਕੀ ਕਰ ਰਹੇ ਹਾਂ ਸਾਡੀ ਬੁਨਿਆਦ ਦੇ ਵਿੱਚ ਤੇ ਅੱਜ ਅਸੀਂ ਸਿੱਖਾਂਗੇ ਤੇ ਦੇਖਾਂਗੇ ਸਾਡੀ ਜ਼ਿੰਦਗੀ ਨੂੰ ਚੈੱਕ ਕਰਾਂਗੇ। ਅਗਰ ਕਿਤੇ ਸਾਡੀ ਬੁਨਿਆਦ ਹੈ ਜਿਹੜੀ ਸਹੀ ਨਹੀਂ ਹੈਗੀ ਹੈ ਤਾਂ ਉਹ ਸਹੀ ਨਹੀਂ ਹੋਣੀ ਤੇ ਉਹ ਫਿਰ ਅੱਗੇ ਵੀ ਜਾ ਕੇ ਹੋਰਨਾਂ ਚੀਜ਼ਾਂ ਨੂੰ ਵੀ ਇਹ ਸਹੀ ਨਹੀਂ ਕਰ ਪਾਏਗੀ ਜਿਸ ਚੀਜ਼ ਦੀ ਤੁਹਾਨੂੰ ਪਰਮੇਸ਼ਰ ਨੇ ਚੁਣਿਆ। ਜਿਵੇਂ ਦੀ ਪ੍ਰੀਚਿੰਗ ਹੋਈ ਹੈ ਅਗਰ ਸਾਡਾ ਮਕਸਦ ਇੱਕ ਨਹੀਂ ਆ ਤੇ ਸਾਡਾ ਮਸੀਹ ਦੇ ਵਿੱਚ ਆਉਣਾ ਨਾ ਆਉਣਾ ਹਾਲੇਲੂਇਆ। ਅਗਰ ਸਾਡਾ ਮਕਸਦ ਸਾਡੇ ਦਿਲ ਤੋਂ ਇੱਕ ਨਹੀਂ ਹਾਲੇਲੂਇਆ। ਫਿਰ ਇਸੇ ਤਰ੍ਹਾਂ ਮੈਂ ਅੱਜ ਇੱਕ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਨehemiah ਦੇ ਬਾਰੇ। ਨehemiah ਨੂੰ ਕੌਣ ਜਾਣਦਾ? ਨehemiah ਦੀ ਕਿਤਾਬ ਨੂੰ ਕੌਣ ਜਾਣਦਾ? ਨehemiah ਇਨਸਾਨ ਨੂੰ ਕੌਣ ਜਾਣਦਾ? ਕਿਉਂਕਿ ਕੁਝ ਮੇਰੇ ਭੈਣ ਭਰਾ ਨੇ ਜਿਹੜੇ ਨehemiah ਦੇ ਬਾਰੇ ਜਾਣਦੇ ਨੇ ਪੜ੍ਹਦੇ ਨੇ। ਅਸੀਂ ਅੱਜ ਨehemiah ਦੇ ਬਾਰੇ ਇਹ ਨਹੀਂ ਦੇਖਾਂਗੇ ਕਿ ਨehemiah ਨੇ ਕੀ ਕੀਤਾ ਦੇ ਥੋੜਾ ਦੇਖਾਂਗੇ ਜ਼ਿਆਦਾ ਨਹੀਂ ਦੇਖਾਂਗੇ ਕਿ ਨehemiah ਨੇ ਜਾ ਕੇ ਜੋ ਕੀਤਾ ਠੀਕ ਹੈ ਪਰ ਅਸੀਂ ਕੁਝ ਚੀਜ਼ਾਂ ਨੇ ਜਿਹੜੀਆਂ ਅੱਜ ਅਸੀਂ ਆਪਣੀ ਲਾਈਫ ਦੇ ਮੁਤਾਬਿਕ ਦੇਖਾਂਗੇ ਨehemiah ਦੀ ਜਿਹੜੀ ਕਿਤਾਬ ਦੇ ਵਿੱਚ। ਹਾਲੇਲੂਇਆ। ਸੋ ਨehemiah ਦੀ ਕਿਤਾਬ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਪਹਿਲਾ ਚੈਪਟਰ ਕਿ ਕੁਝ ਲੋਕ ਸੀ ਜਿਹੜੇ ਯਹੂਦੀ ਤੋਂ ਨehemiah ਕੋਲ ਆਏ ਕਿਉਂਕਿ ਜਿਹੜਾ ਨehemiah ਸੀਗਾ ਉਹ ਸ਼ੂਸ਼ਨ ਦੇ ਮਹਿਲ ਦੇ ਵਿੱਚ ਕੰਮ ਕਰਦਾ ਹੁੰਦਾ ਸੀ ਰਾਜੇ ਦੇ ਲਈ ਠੀਕ ਹੈ। ਉਹ ਕੰਮ ਕਰਦਾ ਹੁੰਦਾ ਸੀਗਾ ਉੱਥੇ ਤੇ ਜਦੋਂ ਉਹਦੇ ਕੋਲ ਉਹਦੇ ਭੈਣ ਭਰਾ ਆਏ ਉਹਨਾਂ ਨੂੰ ਤਾਂ ਸੁੱਖ ਸ਼ਾਂਤ ਪੁੱਛੀ ਜਿਵੇਂ ਅਸੀਂ ਵੀ ਪੁੱਛਦੇ ਜਦੋਂ ਕੋਈ ਚਰਚ ਦੇ ਵਿੱਚ ਆਉਂਦਾ ਸੀ ਸੁੱਖ ਸ਼ਾਂਤ ਪੁੱਛਦੇ ਉਹਨਾਂ ਤੋਂ ਵੀ ਬ੍ਰਦਰ ਜੀ ਤੇ ਸਿਸਟਰ ਜੀ ਕਿਵੇਂ ਹੋ ਠੀਕ ਹੈ ਸਾਡਾ ਨਾਮ ਤੋਂ ਰਿਲੇਟਡ ਨੇ ਸਭ ਸਹੀ ਹੈ ਓਕੇ ਹੈ ਨਾ। ਉਸੇ ਤਰ੍ਹਾਂ ਉਹਨਾਂ ਨੇ ਵੀ ਕੀ ਹੈ ਉਹ ਜਦੋਂ ਉਹਦੇ ਕੋਲ ਨehemiah ਦੇ ਕੋਲ ਉਹ ਭੈਣ ਭਰਾ ਉਹਦੇ ਆਏ ਉਹਨਾਂ ਨੇ ਵੀ ਸੁੱਖ ਸ਼ਾਂਤ ਪੁੱਛੀ ਤੇ ਪੁੱਛਿਆ ਕਿ ਯਰੂਸ਼ਲਮ ਦਾ ਕੀ ਹਾਲ ਹੈ ਤੇ ਜਿਹੜੇ ਲੋਕ ਉੱਥੇ ਬਚ ਗਏ ਸੀ ਉਹਨਾਂ ਦਾ ਕੀ ਹਾਲ ਹੈ। ਤੇ ਜਦੋਂ ਅਸੀਂ ਤੀਸਰੀ ਆਇਤ ਪੜ੍ਹਦੇ ਹਾਂ ਉਹਦੇ ਵਿੱਚ ਲਿਖਿਆ ਤਾਂ ਉਹਨਾਂ ਮੈਨੂੰ ਆਖਿਆ ਕਿ ਉਹ ਬਕੀਆ ਜਿਹੜਾ ਉੱਥੇ ਸੂਬੇ ਵਿੱਚ ਅਸੀਰੀ ਵਿੱਚੋਂ ਬਚ ਰਿਹਾ ਉਹਦੀ ਦੁਰਦਸ਼ਾ ਅਤੇ ਨਰਾਦਰੀ ਵਿੱਚ ਹੈ ਅਤੇ ਉਸਦੇ ਫਾਟਕ ਜਿਹੜੇ ਕੀ ਹੈ ਅੱਗ ਨਾਲ ਜਲਾ ਦਿੱਤੇ ਗਏ। ਜਦੋਂ ਉਹਨੂੰ ਪਤਾ ਲੱਗਿਆ ਉਹ ਹਾਲ ਚਾਲ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਹਾਲ ਚਾਲ ਯਰੂਸ਼ਲਮ ਦੇ ਬਾਰੇ ਦੱਸਿਆ ਉਹਨਾਂ ਭੈਣਾਂ ਭਰਾਵਾਂ ਦੇ ਬਾਰੇ ਦੱਸਿਆ ਜੋ ਯਰੂਸ਼ਲਮ ਦੇ ਵਿੱਚ ਸੀ। ਨehemiah ਕੋਈ ਉਸ ਸਮੇਂ ਦਾ ਨਬੀ ਨਹੀਂ ਸੀਗਾ ਕੋਈ ਇਹ ਵੀ ਨਹੀਂ ਸੀ ਕਿ ਕੋਈ ਖਾਸ ਗੱਲਬਾਤ ਸੀ ਉਹਦੇ ਵਿੱਚ ਪਰ ਜਦੋਂ ਉਹਨੇ ਉਹ ਹਾਲ ਚਾਲ ਪੁੱਛਿਆ ਉਹ ਖਾਸ ਗੱਲਬਾਤ ਉਹਦੇ ਵਿੱਚ ਆ ਗਈ। ਉਹ ਖਾਸ ਗੱਲਬਾਤ ਉਹਦੇ ਵਿੱਚ ਆ ਗਈ ਜਦੋਂ ਉਹਨੂੰ ਪਤਾ ਚੱਲਿਆ ਕਿ ਯਰੂਸ਼ਲਮ ਦੀਆਂ ਕੰਧਾਂ ਢਹਿ ਦਿੱਤੀਆਂ ਗਈਆਂ ਤੇ ਉਹਦੇ ਫਾਟਕ ਜਿਹੜੇ ਅੱਗ ਨਾਲ ਜਲਾ ਦਿੱਤੇ ਗਏ ਨੇ ਕਿ ਅੱਜ ਮੈਂ ਉਹ ਯਰੂਸ਼ਲਮ ਦੇ ਦੀਵਾਰਾਂ ਨੂੰ ਮੈਂ ਹਾਊਸ ਆਫ ਗਲੋਰੀ ਦੀ ਥਾਂ ਤੇ ਕੰਪਨੀ ਅੱਜ ਕੁਝ ਜਿਹੜਾ ਟੌਪਿਕ ਅਸੀਂ ਇਸ ਤਰੀਕੇ ਦੇਖਾਂਗੇ। ਮੇਰੀ ਬੇਨਤੀ ਹੈ ਕਿ ਧਿਆਨ ਨਾਲ ਸੁਣਨਾ ਇੱਕ ਚੀਜ਼ ਕਿ ਬਾਅਦ ਦੇ ਵਿੱਚ ਅਗਰ ਮੈਂ ਪੁੱਛਾਂ ਤਾਂ ਉਹਨੂੰ ਪਤਾ ਹੋਵੇ ਕਿਉਂਕਿ ਮੈਂ ਚਾਹਨਾ ਕਿ ਤੁਸੀਂ ਹਾਜ਼ਰ ਜਵਾਬ ਦਿਓ। ਹਾਲੇਲੂਇਆ। ਜੋ ਮੈਂ ਬੋਲਾਂ ਤੁਸੀਂ ਮੇਰੇ ਪਿੱਛੇ ਬੋਲੋ। ਅੱਜ ਕੀ ਹੈ ਹਾਊਸ ਆਫ ਗਲੋਰੀ ਕੀ ਹੈ ਉਹ ਯਰੂਸ਼ਲਮ ਦੀਆਂ ਦੀਵਾਰਾਂ ਕੀ ਹੈ। ਅੱਜ ਹਾਊਸ ਆਫ ਗਲੋਰੀ ਕੀ ਹੈ ਯਰੂਸ਼ਲਮ ਦੀਆਂ ਦੀਵਾਰਾਂ ਹਾਊਸ ਆਫ ਗਲੋਰੀ ਅਸੀਂ ਇਸ ਤਰੀਕੇ ਦੇਖਾਂਗੇ। ਨehemiah ਨੇ ਜਦੋਂ ਪਤਾ ਲੱਗਿਆ ਕਿ ਉਹਦੇ ਦੀਵਾਰਾਂ ਜਿਹੜੀਆਂ ਡਿੱਗ ਗਈਆਂ ਨੇ ਫਾਟਕ ਉਹਦੇ ਜਲਾ ਦਿੱਤੇ ਗਏ ਨੇ। ਅਗਰ ਅੱਜ ਤੁਹਾਡੇ ਤੋਂ ਮੈਂ ਪੁੱਛਾਂ ਅਗਰ ਤੁਹਾਨੂੰ ਕੋਈ ਇਸ ਤਰ੍ਹਾਂ ਕਿ ਕਹੇ ਤਾਂ ਤੁਹਾਡਾ ਕੀ ਜਵਾਬ ਹੋਵੇਗਾ? ਸੱਚੀ ਦੱਸਣਾ ਕੀ ਜਵਾਬ ਹੋਵੇਗਾ? ਅਗਰ ਉਸ ਸਮੇਂ ਨehemiah ਨਹੀਂ ਕਹੇਗਾ ਤੁਸੀਂ ਇਹਦੇ ਕੀ ਕਰਦੇ तो दस सकते ਅਸੀਂ ਉਸ ਚੀਜ਼ ਨੂੰ ਨਾਰਮਲ ਲੈਂਦੇ ਸ਼ਾਇਦ ਮੈਂ ਵੀ ਕੁਝ ਵੀ ਨਾ ਕਰਦੇ ਸਿਰਫ ਸੁਣਦੇ ਜਿਵੇਂ ਕਿ ਅੱਜ ਵੀ ਅਸੀਂ ਕਰ ਰਹੇ ਹਾਂ। ਅੱਜ ਵੀ ਹਾਊਸ ਆਫ ਗਲੋਰੀ ਨੇ ਅਸੀਂ ਕੀ ਹੈ ਆਰਾਮ ਦੇ ਨਾਲ ਸੁਣ ਰਹੇ ਹਾਂ ਤੇ ਈਜ਼ੀ ਲੈ ਰਹੇ ਕਿ ਕੁਝ ਨਹੀਂ ਆ ਜੋ ਹੋ ਰਿਹਾ ਉਹ ਆਪੇ ਪਾਸਟਰ ਦੇਖਣਗੇ ਜੋ ਲੋਕ ਦੇਖਣਗੇ ਕਿ ਜਾ ਰਹੇ ਅਸੀਂ ਸਿਰਫ ਉੱਥੇ ਕੀ ਇੰਜੋਏ ਕਰ ਜਾਣਾ ਜੋ ਹੋਇਆ ਤੇ ਹੋ ਗਿਆ ਗੱਲ ਕਰਨੀ। ਅਸੀਂ ਅੱਜ ਉਸ ਚੀਜ਼ ਨੂੰ ਨਾਰਮਲ ਲੈ ਸੋਚੋ ਜੇ ਨehemiah ਨੇ ਉਸ ਸਮੇਂ ਤੇ ਉਸ ਗੱਲ ਨੂੰ ਸੀਰੀਅਸ ਨਾ ਲਿਆ ਹੁੰਦਾ ਤੇ ਜੋ ਨehemiah ਨੇ ਕੀਤਾ ਪੂਰੀ ਬੁੱਕ ਜਦੋਂ ਅਸੀਂ ਪੜ੍ਹਾਈ ਕਰੇ ਜਾ ਕੇ ਠੀਕ ਹੈ ਤਾਂ ਕਿ ਨehemiah ਜੇ ਉਹ ਚੀਜ਼ ਨੂੰ ਨਾ ਲੈਂਦਾ ਤੇ ਉਹ ਚੀਜ਼ ਕਰ ਪਾਉਂਦਾ ਜੋ ਉਹਨੇ ਕੀਤੀ ਸੀ। ਮੈਂ ਪਹਿਲਾਂ ਵੀ ਦੱਸ ਕੇ ਦਿਆਂ ਕੋਈ ਨehemiah ਪਰਮੇਸ਼ਰ ਕੋਲੋਂ ਖਾਸ ਨਹੀਂ ਸੀ ਚੁਣਿਆ ਉਸ ਸਮੇਂ ਤੇ ਪਰ ਜਦੋਂ ਉਹਦੇ ਸੋਚ ਆ ਗਈ ਉਹ ਪਰਮੇਸ਼ਰ ਨੇ ਚੁਣ ਲਿਆ। ਉਹ ਪਰਮੇਸ਼ਰ ਨੇ ਚੁਣ ਲਿਆ ਕਿ ਉਹਦੇ ਕੰਮਾਂ ਨੂੰ ਜਾ ਕੇ ਯਰੂਸ਼ਲਮ ਦੇ ਵਿੱਚ ਕਰੇ। ਇਹ ਜ਼ਰੂਰੀ ਨਹੀਂ ਹੈਗਾ ਕਿ ਪਰਮੇਸ਼ਰ ਤੁਹਾਨੂੰ ਪਹਿਲਾਂ ਹੀ ਚੁਣੇ। ਇਹ ਸਾਡਾ ਵੀ ਫਰਜ਼ ਹੈ ਜਦੋਂ ਅਸੀਂ ਕਬੂਲ ਕਰਨੇ ਆ ਕਿ ਅਸੀਂ ਕਿਸ ਮਕਸਦ ਨਾਲ ਕਿਸ ਚੀਜ਼ ਦੇ ਨਾਲ ਕਿਸ ਸੋਚ ਦੇ ਨਾਲ ਉਹਦੇ ਘਰ ਦੇ ਵਿੱਚ ਅਸੀਂ ਅੱਜ ਕਿਸ ਸੋਚ ਦੇ ਨਾਲ ਹਾਊਸ ਆਫ ਗਲੋਰੀ ਦੇ ਵਿੱਚ ਆ ਰਹੇ ਹਾਂ। ਕੀ ਤੁਸੀਂ ਚਾਹ ਰਹੇ ਹੋ
कि परमेश्वर तुहानू भी नहमाया वांगू समझे, उसकी सोच पावे। हाँ जी, कर रहे हो? जे तुसीं कर रहे हो तो चौथी आयत दे विच जो नहमाया नाल होया वो तुहाडे नाल भी जरूर होया हो। अगर तुसीं हुण क्या हाँ जी सही है, अगर तुसीं कर रहे हो तो नहमाया दे नाल जो चौथी आयत दे विच होया साडे नाल भी होया हो। अगर नहीं होया तो जी साडी बुनियाद ठीक करनी होगी, साडी बुनियाद ठीक करनी होगी। चौथी आयत दे विच की लिखिया? ਜਦੋਂ ਉਹਨੂੰ ਸਾਰੀਆਂ ਚੀਜ਼ਾਂ ਪਤਾ ਲੱਗ ਗਈਆਂ, सब कुछ हो गया कि ये चीज़ां हो गई, उन्हें पहली गल जी आई, अगर अज तुहानू पता लगती तो शायद वो चीज़ तुसीं भी अगर कर रहे हो तो अच्छी गल, अगर नहीं तो जरूर दसन। उन्हें वो चीज़ पता लगी कि दीवारां जिहड़ियां डिग गईयां, फाटक जल गए, उहदे मन दे विचों चीज़ आई, वो रोन लगा। वचन की कह रहा तो इउं होया कि जद मैं ये गल्लां सुनियां तो मैं बैठ के रोन लगा। ते कई दिन फिर दूसरी गल की कीती उन्हें, सोग कीता, दुख च रहा, रोया फिर दुख च रहा। तीजी फिर खास चीज की वर्त रखिया। फिर चौथी उस तो भी खास चीज की वर्त रखने तो बाद में आकाश के परमेश्वर के सन्मुख होने की है प्रार्थना की कीता ने चार चीजें की। पहले की कीती सी और रोया, दूसरा की कीता, फिर तीसरी की कीती, तो चौथा की कीता फिर प्रार्थना की। अगर वो पहला प्रार्थना करता तो जो ने दिल दे विच सी, जो ने दिल दे विच सी कि परमेश्वर दे खुल के दस सकता सी नहीं कर सकता। तो मेरे मन दे विचों वो चीज बाहर आई, वो रोया, वो सोच कीता, फिर उसके मन चों सोच आई कि नहीं मैं वर्त रखा, वर्त रखे, एहसास हो जाए उस चीज का कि नहीं मैनू की करना सही चाहिए, वर्त रख के प्रार्थना कर सकता परमेश्वर को। प्रार्थना जैसे भी कर रहे हैं, जब सानू हौसला बोली के विचों कुछ पता चलता है, किसी भी गल का कुछ भी पता चलता है, नॉर्मल सी चीज है, जिवें पासे जागो आए सी, किसी का कोई दोष नहीं है, किसी का दोष नहीं, मैं भी इंक्लूडेड हां, मैं भी हौसला बोली का एक हिस्सा। साले टीम तो पहला मैं परमेश्वर दे घर दा एक मैंबर हां, हालेलुया। ते पासे जागो आए सी, उन्होंने दीवारां देखियां कि गंदियां नहीं, उन्होंने दुख होया क्योंकि उन्होंने लास्ट फरवरी के विच पेंट करा के गए, फरवरी च उन्होंने पेंट कराया सी तो उन्होंने दुख होया, वो दुख होया, उन्होंने उस चीज को दोबारा सही करने लिए असं की कीता कि असं सही की कर सकते, असं भी पेंट किया, पर इस बारी पेंट है जिहड़ा कुछ वखरा कीता कि जिन्हों असं बार बार साफ नहीं कर सके, क्लीन कर सके, सानू बार बार उन्होंने पेंट ना करना पवे बल्कि असं साफ कर सके। वो सोच आई, मैं तुहानू क्या ठीक है, पहले शुरू दे विच उदासा दा मैं शुरू दे विच की कहा सीगा कि परमेश्वर ने तुहानू चुनिया, वचन कहंदा, पर मैं अज कहना परमेश्वर ने तुहानू चुनिया नहीं, चुनिया मतलब नहीं रखदा कि तुहाडे मन दे विच सोच आउंदी जदों तुसीं उहनू कबूल लेंदे हो। अगर तुहाडे मन दे विच सोच आउंदी है तो परमेश्वर ने सचमुच तुहानू चुनिया, अगर सोच नहीं आई ना तो परमेश्वर ने नहीं चुनिया, कि तुसीं वचन नूं झूठा पा रहे हो। वचन तां कहंदा वचन सच है, वचन तां सच है, सब कुछ टल दूगा पर उसका वचन नहीं टलता, पर असं उस वचन नूं झूठा पा रहे हैं। क्यों झूठा पा रहे हैं? क्योंकि असं कुछ नहीं कर रहे, असं कुछ नहीं कर रहे हैं, तो सानू जरूरत है कुछ सही करनी, वो बुनियाद नूं सही करनी। एक आज मैं तुहानू होर पढ़ांगा, जिवें कि अज वर्षी के दौरान सिस्टर नूं कुछ मिलिया सीगा ते मैं उत्थे खड़िया सी ते मैं सोच रहा सी कि सचमुच परमेश्वर की जिहड़ी रूह दा वादा है वो सच्चा है। मैं उत्थे खड़िया, वो अचानक वो वचन मैनू मैं मतलब पढ़ना सी, पर वो कन्फर्मेशन हो गई कि हाँ ये सही है, कि अगर असी जो कर रहे हैं अगर सही नहीं है, अगर असी सही करांगे तो की परमेश्वर कर सकता, की कर सकता परमेश्वर। वचन दे विच देखांगे, मैं अपने जवान दे लफ्ज़ नहीं दे सकदा। नहमाया दी पहले चैप्टर दी 9वीं आयत विच देखो की लिखिया कि जो तुसीं मेरी गल मेरे नाल मुड़ो अते मेरे हुक्मां दी पालना करके तुसीं उन्हां नूं पूरा करो, तां मैं तुहाडे विचों साडे विचों
ਤੁਹਾਡੇ ਨਹੀਂ, ਸਾਡੇ ਵਿੱਚੋਂ, ਮੇਰੇ ਵਿੱਚੋਂ ਵੀ। ਮੈਂ ਤੁਹਾਡੇ ਵਿੱਚੋਂ ਢੱਕਿਆ ਹੋਇਆਂ ਨੂੰ, ਪਿੱਛੇ ਕੀਤੇ ਹੋਏ ਨੂੰ ਵੀ, ਭਾਵੇਂ ਆਕਾਸ਼ ਦੇ ਆਖਰੀ ਕੰਢੇ ਤੇ ਵੀ ਬੈਠੇ ਹੋਣ, ਬਿਲਕੁਲ ਨਕਾਰ ਗਏ ਹੋਣ, ਅਗਰ ਤੁਸੀਂ ਸੱਚੇ ਹੋ, ਤੁਸੀਂ ਉਹਦੇ ਹੁਕਮਾਂ ਦੇ ਉੱਤੇ ਹੋ, ਤਾਂ ਪਰਮੇਸ਼ਰ ਕਹਿੰਦਾ ਕੰਨ ਦੇ ਆਖਰੀ ਕੰਢੇ ਦੇ ਉੱਤੇ ਹੋਵੋਗੇ ਨਾ, ਉਤੋਂ ਵੀ ਮੈਂ ਉਹਨਾਂ ਨੂੰ ਇਕੱਠੇ ਕਰਕੇ ਉਸ ਦੁਆਰਾ ਵਿੱਚ ਆਵਾਂਗਾ ਜਿਹੜਾ ਮੈਂ ਉਹਦੇ ਨਾਮ ਦੇ ਵਿੱਚ ਸਥਾਪਿਤ। ਪਰਮੇਸ਼ਰ ਦੇ ਵਚਨ ਦੀ ਕਿੰਨੀ ਤਾਕਤ ਹੈ। ਵਚਨ ਅੱਜ ਪਹਿਲਾਂ ਹੋਇਆ, ਉਹਦੇ ਮੇਰੀ ਬ੍ਰਦਰ ਨਾਲ ਕੋਈ ਗੱਲਬਾਤ ਨਹੀਂ ਹੋਈ, ਜਿਵੇਂ ਹਰ ਵਾਰੀ ਆਪਾਂ ਕਹਿੰਦੇ ਆ। ਉਹਨੇ ਕਿਹਾ ਕਿ ਸਾਡਾ ਮਨ ਇੱਕ ਸੋਚ ਇੱਕ ਹੋਣੀ ਚਾਹੀਦੀ ਹੈ, ਤੇ ਪਰਮੇਸ਼ਰ ਦਾ ਵਚਨ ਵੀ ਉਹੀ ਕਹਿ ਰਿਹਾ। ਕੀ ਕਹਿ ਰਿਹਾ ਕਿ ਆਪਣੇ ਉਹਦੇ ਹੁਕਮਾਂ ਨੂੰ ਮੰਨੋ, ਉਹਦੀ ਬੁਨਿਆਦ ਆਪਣੀ ਨੂੰ ਸਹੀ ਕਰੋ, ਜੋ ਪਰਮੇਸ਼ਰ ਤੁਹਾਨੂੰ ਕਹਿ ਰਿਹਾ ਉਹ ਕਰੋ। ਫਿਰ ਅਗਰ ਤੁਸੀਂ ਸਹੀ ਕਰਦੇ ਹੋ, ਫਿਰ ਤੁਸੀਂ ਕਿੱਥੇ ਵੀ ਹੋਵੋ, ਜੋ ਤੁਹਾਡਾ ਸਥਾਨ ਹਾਊਸ ਆਫ ਗਲੋਰੀ ਹੈ ਨਾ, ਉਹਨੂੰ ਕੋਈ ਨਹੀਂ ਰੁਕਾ ਸਕੇਗਾ। ਹਾਲੇਲੂਇਆ। ਕੋਈ ਨਹੀਂ ਰੁਕਾ ਸਕੇਗਾ। ਜੋ ਤੁਹਾਡੀ ਬੁਲਾਹਟ ਹੈ, ਜੋ ਤੁਹਾਡੇ ਕੰਮ ਨੇ, ਜੋ ਪਰਮੇਸ਼ਰ ਨੇ ਤੁਹਾਡੇ ਲਈ ਸਹੀ ਕੀਤਾ, ਉਹ ਪਰਮੇਸ਼ਰ ਕਰੇਗਾ। ਤੁਹਾਨੂੰ ਕੋਈ ਨਹੀਂ ਹਿਲਾ ਸਕੇਗਾ। ਮੈਂ ਪਹਿਲਾਂ ਵੀ ਦੱਸ ਕੇ ਤੁਹਾਨੂੰ ਸਿਰਫ ਰਿਪੀਟ ਕਰਦਾ ਕਿ ਪਰਮੇਸ਼ਰ ਦਾ ਚੁਣ ਲੈਣਾ ਹੀ ਕਿੰਨਾ ਨਹੀਂ ਹੈਗਾ, ਅਗਰ ਸਾਡੇ ਮਨ ਦੀ ਸੋਚ ਸਹੀ। ਇਹ ਮੈਂ ਬਾਰ-ਬਾਰ ਕਿਉਂ ਰਿਪੀਟ ਕਰ ਰਿਹਾ ਤੁਹਾਡੇ ਲਈ, ਤਾਂ ਕਿ ਜਿਹੜੀ ਅੱਜ ਸੋਚ ਤੁਹਾਡੀ ਆਪਣੀ ਸਹੀ ਨਹੀਂ ਹੈ, ਅਸਲ ਸਹੀ ਹੈ। ਅੱਜ ਕੁਝ ਅਸੀਂ ਇਸ ਵਚਨ ਨੂੰ ਇਸ ਤਰੀਕੇ ਦੇਖਦੇ ਹਾਂ। ਨਹਿਮਾਇਆ ਜਿਹੜਾ, ਉਹ ਜਦੋਂ ਯਰੂਸ਼ਲਮ ਦੇ ਵਿੱਚ ਗਿਆ ਸੀਗਾ, ਅਸੀਂ ਪੂਰੀ ਆਇਤਾਂ ਜਿਹੜੀਆਂ ਉਹਦੀਆਂ ਦੇਖਦੇ ਹਾਂ, ਗੱਲਬਾਤ ਕਰਦੇ ਹਾਂ, ਅਸੀਂ ਪੂਰੀ ਬੁੱਕ ਨੂੰ ਪੜ੍ਹਦੇ ਹਾਂ। ਸ਼ਾਇਦ ਜਿਹਨਾਂ ਨੂੰ ਕਹਾਣੀ ਦਾ ਪਤਾ ਹੋਵੇ, ਨਹਿਮਾਇਆ ਦੀ ਕਿਤਾਬ ਆਪਣੀ ਚਰਚ ਦੇ ਲਈ 2020 ਦਾ ਮਕਸਦ ਵੀ ਸੀਗਾ, 2020 ਦੇ ਵਿੱਚ ਦਿੱਤੀ ਨਹੀਂ ਗਈ ਸੀ ਪੂਰੇ ਸਾਲ ਲਈ ਪੜ੍ਹਨ ਦੇ ਲਈ। ਪਤਾ ਨਹੀਂ ਕਿੰਨੇ ਨੇ ਪੜ੍ਹੀ ਹੈ ਜਾਂ ਨਹੀਂ, ਪਰ ਫਿਰ ਵੀ ਮੈਂ ਤੁਹਾਨੂੰ ਛੋਟੀ ਜਿਹੀ ਕਹਾਣੀ ਨਹਿਮਾਇਆ ਦੀ ਦੱਸਦਾ ਕਿ ਨਹਿਮਾਇਆ ਉਹ ਸੀ ਜੋ ਯਰੂਸ਼ਲਮ ਗਿਆ ਉਹਦੇ ਦੁਆਰਾਂ ਨੂੰ ਬਣਾਉਣ ਦੇ ਲਈ, ਕਿਉਂਕਿ ਉਹਦੇ ਮਨ ਦੇ ਵਿੱਚ ਉਹ ਚੀਜ਼ ਪਰਮੇਸ਼ਰ ਨੇ ਆਈ, ਉਹਦੀ ਪਾਈ, ਕਿਉਂਕਿ ਉਹਦੀ ਸੋਚ ਹੋਈ, ਉਹਦੀ ਸੋਚ ਨੂੰ ਉਤਪਤ ਕੀਤਾ ਕਿ ਪਰਮੇਸ਼ਰ ਨੇ ਸੋਚ ਦੇ ਉੱਤੇ ਕੰਮ ਕੀਤਾ। ਉਹ ਗਿਆ ਆਪਣੇ ਯਰੂਸ਼ਲਮ ਦੇ ਦੁਆਰਾ ਜਿਹੜੀਆਂ ਢਹੀਆਂ ਪਈਆਂ ਸੀ ਦੁਆਰਾ ਬਣਾਏ, ਫਾਟਕ ਦੁਆਰਾ ਬਣਾਏ। ਜੋ ਲੋਕ ਤੇ ਹੁਕਮ ਨਹੀਂ ਸੀ ਮੰਨ ਰਹੇ, ਉਹਨਾਂ ਨੂੰ ਦੁਆਰਾ ਹੁਕਮ ਮੰਨਣ ਦੇ ਬਾਰੇ ਦੱਸਿਆ ਗਿਆ। ਜੋ ਮੂਸਾ ਦੀਆਂ ਗਤੀਵਿਧੀਆਂ, ਜੋ ਮੂਸਾ ਨੇ ਲਿਖੀਆਂ ਸੀ, ਜੋ ਮੂਸਾ ਨੂੰ ਹੁਕਮ ਮਿਲੇ ਸੀ, ਉਹ ਸਾਰੇ ਉਹਨਾਂ ਦੇ ਸਾਹਮਣੇ ਰੱਖੇ ਗਏ। ਸਭ ਕੁਝ ਜਿੰਨੇ ਵੀ ਉਸ ਸਮੇਂ ਤੇ ਹੋਏ, ਠੀਕ ਹੈ, ਸਭ ਕੁਝ ਉਹਨਾਂ ਨੂੰ ਦੱਸਿਆ ਗਿਆ। ਦੱਸਣ ਤੋਂ ਬਾਅਦ ਫਿਰ ਕੀ ਹੋਇਆ, ਉਹਨੇ ਉਹ ਚੀਜ਼ਾਂ ਨੂੰ ਕੀ ਹੈ ਫਿਰ ਤੋਂ ਬਿਲਕੁਲ ਸਹੀ ਕਰ ਦਿੱਤਾ ਕਿ ਯਰੂਸ਼ਲਮ ਇੱਕ ਪਵਿੱਤਰ ਸਥਾਨ ਬਣ ਕੇ ਦੁਆਰਾ ਜਿਹੜੀਆਂ ਨੇ ਕੰਧਾਂ ਸਭ ਪ੍ਰੋਪਰ ਸੈੱਟ ਹੋ ਗਈ, ਸਭ ਕੁਝ ਸਹੀ ਹੋ ਗਿਆ। ਹਾਲੇਲੂਇਆ, ਹਾਲੇਲੂਇਆ। ਹੁਣ ਇਸ ਵਚਨ ਨੂੰ ਆਪਾਂ ਇਸ ਤਰੀਕੇ ਦੇਖਦੇ ਹਾਂ, ਕੁਝ ਇੰਟਰਸਟਿੰਗ ਵੱਖਰਾ, ਕਿਉਂਕਿ ਬੁੱਕ ਸਾਰਿਆਂ ਨੇ ਪੜ੍ਹੀ ਹੈ, ਪਰ ਚਾਨਣਾ ਜਿਹੜਾ ਮੇਰੇ ਤੇ ਪਰਮੇਸ਼ਰ ਦਾ ਪ੍ਰਕਾਸ਼ ਆਇਆ, ਜੋ ਮੈਂ ਆਪਣੀ ਸੋਚ ਨਾਲ ਕਹਿਣਾ ਚਾਹਾਂਗਾ, ਠੀਕ ਹੈ, ਕਿ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਨਾਮ ਆਇਆ ਉਹ ਸਾਰੇ ਪਾਸਟਰ ਸਾਹਿਬਾਨ ਨੇ, ਪਾਸਟਰ ਜੋਨੀ ਹੋ ਗਏ, ਪਾਸਟਰ ਜਾਕੋ ਹੋ ਗਏ ਨੇ, ਪਾਸਟਰ ਸੀਸਰ ਦੇ, ਪਾਸਟਰ ਵਿੱਕੀ, ਪਾਸਟਰ ਸਾਰੇ ਜਿੰਨੇ ਵੀ ਪਾਸਟਰ ਸਾਡੀ ਮਦਦ ਕਰ ਰਹੇ ਨੇ, ਉਹ ਅਸੀਂ ਅੱਜ ਨਹਿਮਾਇਆ ਦੇ ਉੱਤੇ ਰੱਖਦੇ, ਨਹਿਮਾਇਆ ਦੇ, ਠੀਕ ਹੈ। ਕੀ ਸਮਝਿਆ, ਨਹਿਮਾਇਆ ਦੇ ਸਾਹਮਣੇ ਅਸੀਂ ਰੱਖਦੇ ਹਾਂ ਕਿ ਜਿੰਨੇ ਵੀ ਸਾਡੇ ਪਾਸਟਰ ਸਾਹਿਬਾਨ। ਓਕੇ, ਉਹਨੇ ਕੀਤਾ ਕੀ ਸੀਗਾ, ਉਹਨੇ ਦੁਬਾਰਾ ਬਣਾਈਆਂ ਸੀ, ਦੁਬਾਰਾ ਬਣਾਈਆਂ ਸੀ ਨਾ। ਦੁਆਰ ਕੀ ਹੈ, ਮੈਂ ਤੁਹਾਨੂੰ ਪਹਿਲਾਂ ਦੱਸਿਆ ਦੁਆਰ ਕੀ ਹੈ, ਦੁਆਰ ਕੀ ਹੈ, ਹਾਊਸ ਆਫ ਗਲੋਰੀ ਹੈ। ਨਹਿਮਾਇਆ ਕੌਣ ਹੈ, ਸਾਰੇ ਪਾਸਟਰ ਸਾਹਿਬਾਨ। ਦੁਆਰ ਕੀ ਹੈ, ਹਾਊਸ ਆਫ ਗਲੋਰੀ। ਤੇ ਜਿਹੜੀਆਂ ਦੁਆਰ ਦੇ ਵਿੱਚ ਇੱਟਾਂ ਲੱਗੀਆਂ ਸੀ, ਉਹ ਇੱਟਾਂ ਕੌਣ, ਅਸੀਂ ਸਾਰੇ। ਨਹਿਮਾਇਆ ਪਾਸਟਰ ਸਾਹਿਬਾਨ ਹੋ ਗਏ ਨੇ, ਇੱਟਾਂ ਅਸੀਂ ਹੋ ਗਏ ਆ, ਤੇ ਦੁਆਰ ਹੈ ਜਿਹੜੀ ਹਾਊਸ ਆਫ ਗਲੋਰੀ ਹੋ ਗਈ। ਤੇ ਜਦੋਂ ਅਸੀਂ ਕੰਧ ਬਣਾਉਣੇ ਆ, ਸਾਨੂੰ ਸਭ ਨੂੰ ਪਤਾ ਕੋਈ ਨਿਆਣਾ ਨਹੀਂ ਹੈਗਾ, ਜਦੋਂ ਅਸੀਂ ਕੰਧਾਂ ਬਣਾਉਣੇ ਆ ਤਾਂ ਉਹਦੇ ਵਿੱਚ ਸੀਮੈਂਟ ਵੀ ਭਰਦੇ ਆ, ਅਸੀਂ ਮਸਾਲਾ ਸਭ ਤਿਆਰ ਕਰਦੇ ਹਾਂ, ਤਾਂ ਕਿ ਜਿਹੜੀ ਅਸੀਂ ਮਸਾਲਾ ਭਰ ਕੇ ਇੱਕ ਤੇ ਧਰ ਸਕੀਏ, ਤਿਆਰ ਹੋ ਸਕੇ, ਉਹ ਬੁਨਿਆਦ ਹੈ ਜਿਹੜੀ ਮਜ਼ਬੂਤ ਹੋ ਸਕੇ। ਨਹਿਮਾਇਆ ਪਾਸਟਰ ਸਾਹਿਬਾਨ ਨੇ, ਇੱਕ ਤਾਂ ਅਸੀਂ ਆ, ਹਾਊਸ ਆਫ ਗਲੋਰੀ ਚਰਚ ਕੀ ਹੈ, ਉਹ ਯਰੂਸ਼ਲਮ ਦੀ ਦੁਆਰ ਹੈ, ਤੇ ਉਹਦੇ ਵਿੱਚ ਮਸਾਲਾ ਜਿਹੜਾ, ਉਹ ਮਸਾਲੇ ਦਾ ਕੰਮ ਕੌਣ ਹੈ, ਪਰਮੇਸ਼ਰ ਦਾ ਵਚਨ, ਉਹਦੀਆਂ ਪ੍ਰਾਰਥਨਾਵਾਂ, ਉਹਦੀ ਰੂਹ ਦਾ ਮਸਾ, ਉਹਦਾ ਸਮਾਂ ਜੋ ਅਸੀਂ ਪਰਮੇਸ਼ਰ ਦੇ ਨਾਲ ਬਤਾ ਰਹੇ ਹਾਂ, ਉਹ ਸਾਰਾ ਮਿਕਸ, ਕਿਉਂਕਿ ਮਸਾਲੇ ਦੇ ਵਿੱਚ ਇੱਕ ਚੀਜ਼ ਨਹੀਂ ਨਾ ਪੈਂਦੀ। ਮਸਾਲੇ ਦੇ ਵਿੱਚ ਇਹ ਥੋੜੀ ਗੱਲ ਸੀਮੈਂਟ ਤੁਸੀਂ ਪਾਣੀ ਦੇ ਵਿੱਚ ਘੋਲ ਕੇ ਕਰ ਦਿੱਤਾ ਤੇ ਬਸ, ਉਹਦੇ ਵਿੱਚ ਬਰੰਦੀ ਵੀ ਪੈਂਦੀ ਹੈ, ਜੇ ਲੋੜ ਹੈ ਬਜਰੀ ਵੀ ਪੈ ਜਾਂਦੀ ਕਈ ਵਾਰ ਲੈਂਟਰ ਦੇ ਵਿੱਚ। ਸਾਰੀਆਂ ਚੀਜ਼ਾਂ ਦੀ ਪੰਜ ਚੀਜ਼ਾਂ ਮਿਕਸ ਕਰਕੇ, ਪਾਣੀ ਪਾ ਕੇ, ਤਿਆਰ ਕਰਕੇ, ਫਿਰ ਅਸੀਂ ਦੁਆਰ ਉੱਤੇ ਰੱਖਣੇ ਕਿ ਇੱਕ ਮਜ਼ਬੂਤੀ ਨਾਲ ਕਰ ਸਕੇ। ਉੱਥੇ ਇੱਕ ਚੀਜ਼ ਤਾਂ ਨਹੀਂ ਪੈਂਦੀ ਉਸ ਮਸਾਲੇ ਨੂੰ ਤਿਆਰ ਹੋਣ ਦੇ ਲਈ, ਕਿੰਨੀਆਂ ਚੀਜ਼ਾਂ ਪੈਂਦੀਆਂ ਨੇ,
बहुत सारी। ਤੇ ਉਸੇ ਤਰ੍ਹਾਂ ਅੱਜ ਸਾਡਾ ਜਿਹੜਾ ਮਸਾਲਾ ਹੈ ਉਹਦੇ ਵਿੱਚ ਪਰਮੇਸ਼ਰ ਦਾ ਵਚਨ ਵੀ ਹੈ, ਉਹਦੀਆਂ ਪ੍ਰਾਰਥਨਾਵਾਂ ਵੀ ਨੇ, ਉਹਦੇ ਵਰਤ ਵੀ ਨੇ, ਤੇ ਜੋ ਅਸੀਂ ਪਰਮੇਸ਼ਰ ਦੇ ਨਾਲ ਸਮਾਂ ਬਿਤਾ ਰਹੇ ਹਾਂ ਉਹ ਵੀ, ਤੇ ਖਾਸ ਚੀਜ਼ ਜੋ ਅਸੀਂ ਦੀ ਹਮਦ ਸਨਾ ਕਰਦੇ ਵਰਸ਼ਿਪ ਕਰਦੇ। ਹਾਲੇਲੂਇਆ। ਇਹ ਸਾਰਾ ਸਾਡਾ ਮਸਾਲਾ ਜਿਹੜਾ ਤਿਆਰ ਹੋ ਰਿਹਾ ਹੈ। ਹਾਲੇਲੂਇਆ। ਅਗਰ ਉਹ ਦੀਵਾਰ ਜਿਹੜੀ ਬਣਾ ਰਹੇ ਹਾਂ, ਹੌਸਲਾ ਜਿਹੜੀ ਬਣਾ ਰਹੇ ਹਾਂ, ਉਹ ਦੀਵਾਰ ਯਰੂਸ਼ਲਮ ਦੀ ਅਸੀਂ ਇੱਟਾਂ ਅਗਰ ਇੱਕ ਵੀ ਇੱਟ ਪਿੱਲੀ ਨਿਕਲ ਗਈ ਤੇ ਕੀ ਹੋਊਗਾ? ਕਿਤੇ ਕੀ ਗੱਲ ਆ ਗਈ ਹੈ? ਇੱਕ ਵੀ ਇੱਟ ਪਿੱਲੀ ਨਿਕਲ ਗਈ ਤੇ ਕੀ ਹੋਊਗਾ? ਖਰਾਬ ਹੋ ਜੂਗੀ। ਉਹ ਪਾਸਟਰ ਸਾਹਿਬਾਨਾਂ ਦਾ ਕੱਲਿਆਂ ਦਾ ਫਰਕ ਹੈ ਨਹੀਂ, ਦੀਵਾਰ ਕਦੀ ਬਣ ਸਕਦੀ ਹੈ? ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ ਨਾ, ਬੋਲ ਕੇ ਦੱਸੋ ਜ਼ਰੂਰਤ ਹੈ ਨਾ? ਉਹ ਦੀਵਾਰ ਦੇ ਲਈ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ। ਅਸੀਂ ਸਾਰੇ ਇੱਟਾਂ ਤਾਂ ਇੱਕ ਇੱਟ ਦਾ ਆਪ ਦਾ ਕੰਮ ਹੈ। ਤੁਸੀਂ ਕਿੰਨੇ ਮਹੱਤਵਪੂਰਨ, ਤੁਸੀਂ ਆਪ ਸੋਚੋ। ਇੱਕ ਇੱਟ ਦੇ ਉੱਤੇ ਤੁਸੀਂ ਖੜ ਕੇ ਦੀਵਾਰ ਜਿਹੜੀ ਕਰਨੀ, ਉਹ ਇੱਟਾਂ ਸਾਰੇ ਅਸੀਂ ਆ। ਅਗਰ ਸਾਡੇ ਵਿੱਚ ਹੀ ਆਪਸ ਦੇ ਵਿੱਚ ਹੀ ਜਿਹੜਾ ਇਤਫਾਕ ਨਹੀਂ ਹੈਗਾ, ਸਾਡੇ ਆਪਸ ਦੇ ਵਿੱਚ ਹੀ ਗੱਲਬਾਤ ਨਹੀਂ ਹੈਗੀ, ਤੇ ਅਸੀਂ ਆਪ ਦੀ ਇੱਟ ਹੀ ਪਿੱਲੀ ਕਰ ਰਹੇ ਹਾਂ, ਅਸੀਂ ਆਪ ਹੀ ਉਹ ਚੀਜ਼ ਦੇ ਵਿੱਚ ਡਿੱਗ ਰਹੇ ਹਾਂ, ਆਪ ਹੀ ਉਸ ਚੀਜ਼ ਦੇ ਵਿੱਚ ਪਿੱਛੇ ਹੋ ਰਹੇ ਹਾਂ, ਤਾਂ ਕੀ ਤੁਸੀਂ ਆਟੋ ਗਲੋਰੀ ਨੂੰ ਪਿੱਛੇ ਨਹੀਂ ਲੈ ਕੇ ਜਾ ਰਹੇ? ਕਿ ਉਹ ਜਿਹੜੀ ਯਰੂਸ਼ਲਮ ਦੀ ਦੀਵਾਰ ਨਾਲ ਮਾਇਆ ਨੇ ਬਣਾਈ ਸੀ, ਕਿ ਉਹ ਦੀਵਾਰ ਖੜ ਸਕਦੀ ਸੀ ਜਿਹੜੀ ਉਹਨੇ ਮਾਇਆ ਦੇ ਦੀਵਾਰ ਬਣਾਈ ਸੀ? ਬੋਲ ਕੇ ਦੱਸੋ। ਮੈਂ ਤੁਹਾਡੇ ਨਾਲ ਗੱਲਬਾਤ ਕਰਦਾ। ਜਵਾਬ ਨਹੀਂ ਹੈ, ਜਵਾਬ ਨਹੀਂ ਹੈ। ਕਿਉਂਕਿ ਵਚਨ ਕਹਿੰਦਾ ਜਦੋਂ ਵੀ ਸੱਚਾਈ ਸਾਹਮਣੇ ਆਉਂਦੀ ਹੈ ਨਾ, ਲਫ਼ਜ਼ ਨੇ ਜਿਹੜੇ ਮੁੱਕ ਜਾਂਦੇ। ਜਦੋਂ ਅਸੀਂ ਸਹੀ ਨਹੀਂ, ਜਦੋਂ ਸਾਡੇ 'ਚ ਕੋਈ ਕਮੀ ਹੋਵੇ ਨਾ, ਬੜੀ ਦੁੱਖ ਦੀ ਗੱਲ ਹੈ, ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਅਸੀਂ ਆਪਣੀ ਜ਼ਿੰਦਗੀ 'ਚ ਸਹੀ ਨਹੀਂ ਹੁੰਦੇ, ਉਹ ਲਫ਼ਜ਼ ਮੁੱਕ ਜਾਂਦੇ। ਮੇਰੇ ਮੁੱਕਦੇ ਰਹੇ ਆਪਣੇ, ਕਿਉਂਕਿ ਮੈਂ ਕੋਈ ਸਹੀ ਨਹੀਂ ਕਰ ਰਿਹਾ। ਅੱਜ ਤੁਸੀਂ ਸਾਰੇ ਬੈਠੇ ਹੋ, ਅੱਜ ਮੇਰਾ ਤੁਹਾਨੂੰ ਕੁਐਸਚਨ ਹੈ, ਕੀ ਜਿਹੜੀਆਂ ਉਹ ਦੀਵਾਰ ਦੇ ਵਿੱਚ ਇੱਟਾਂ ਲੱਗ ਰਹੀਆਂ ਨੇ, ਕੀ ਉਹ ਇੱਕ ਇੱਕ ਇੱਟ ਹੈ ਜਿਹੜੀ ਸਹੀ ਹੈ? ਹੁਣ ਇਸ ਕਹਾਣੀ ਨੂੰ ਇੱਥੇ ਛੱਡ ਕੇ ਇੱਕ ਕਹਾਣੀ ਦੇ ਨਾਲ ਹੋਰ ਲੈਂਦੇ, ਫਿਰ ਸਾਰਿਆਂ ਨੇ ਕਨਫਿਊਜ਼ਨ ਇਕੱਠਾ ਕਰ ਦਿੰਦੇ। ਇੱਟ ਅਸੀਂ ਆਪਣੇ ਆਪ ਨੂੰ ਰੱਖਿਆ। ਹੁਣ ਮਸਾਲਾ ਜਿਹੜਾ ਉਹ ਜਿਹੜਾ ਨੂੰ ਲਾ ਰਿਹਾ ਹੁੰਦਾ ਉਹਦੇ ਸਿਰ ਤੇ ਆ, ਕੋਈ ਜਾ ਕੇ ਤਾਂ ਨਹੀਂ ਨਾ ਮਿਸਤਰੀ ਦੇਖਦਾ ਕਿ ਉਹ ਜਿਹੜੇ ਨੂੰ ਕਿਹਾ ਗਿਆ ਸੀ ਉਹਨੂੰ ਲਾ ਲਿਆ ਪ੍ਰੋਪਰ, ਜਿੰਨਾਂ ਨੂੰ ਕਿਹਾ ਸੀ ਸਿੱਧਾ ਹੀ ਕਹਿੰਦਾ ਨਾ ਕਿ ਇੰਨਾ ਪਾਣੀ, ਇੰਨਾ ਮਤਲਬ ਮਸਾਲਾ ਪਾਣੀ, ਆਪਣੀ ਬਰੇਤੀ ਪਾਣੀ, ਇੰਨਾ ਸਮਿੰਟ ਪਾਣੀ, ਇੰਨੀ ਬਜਰੀ ਪਾਣੀ, ਜਾਂ ਇੰਨਾ ਪਾਣੀ ਬਸ। ਮੈਂ ਮਾਇਆ ਨੇ ਤਾਂ ਨਹੀਂ ਜਾ ਕੇ ਦੀਵਾਰ ਵਾਲੇ ਨੂੰ ਕਿਹਾ ਸੀ ਕਿ ਮਸਾਲਾ ਕਿੱਦਾਂ ਤਿਆਰ ਕਰਨਾ। ਮੈਂ ਮਾਇਆ ਨੇ ਸਿਰਫ ਦੱਸਿਆ ਕਿ ਦੀਵਾਰ ਬਣਾਉਣੀ ਹੈ, ਕਿੰਨੇ ਮਸਾਲੇ ਦੀ ਲੋੜ ਹੈ, ਸਿਰਫ ਇੰਸਟਰਕਸ਼ਨ ਦੇ ਸਕਦਾ ਸੀ, ਉਹ ਦੱਸ ਸਕਦਾ ਸੀਗਾ। ਸਹੀ ਹੈ। ਸੋ ਅੱਜ ਪਾਸਟਰ ਜੋ ਨਹੀਂ ਕਰ ਰਹੇ, ਸੋ ਹੀ ਸਾਡੇ ਪਾਸਟਰ ਜਾਗੋ ਕਰ ਰਹੇ ਆ, ਸਾਰੇ ਜਿੰਨੇ ਵੀ ਪਾਸਟਰ ਸਭ ਕਰ ਰਹੇ ਆ। ਹੁਣ ਵਚਨ ਨੂੰ ਪੜ੍ਹਨਾ, ਪ੍ਰਾਰਥਨਾ ਨੂੰ ਕਰਨਾ, ਵਰਸ਼ਿਪ ਕਰਨੀ, ਜਾਂ ਸਮਾਂ ਪਰਮੇਸ਼ਰ ਦੇ ਨਾਲ ਬਤਾਉਣਾ, ਇਹ ਅੱਜ ਕਿਹਦੇ ਤੇ ਨਿਰਭਰ ਹੈ? ਸਾਡੇ ਤੇ ਨਿਰਭਰ ਹੈ। ਕੀ ਤੁਹਾਨੂੰ ਕੋਈ ਆ ਕੇ ਕਰੇ ਦੇਖ ਸਕਦਾ? ਕੀ ਤੁਹਾਨੂੰ ਕੋਈ ਜੱਜ ਕਰ ਸਕਦਾ ਕਿ ਤੁਸੀਂ ਬਾਈਬਲ ਪੜ੍ਹੀਏ ਜਾਂ ਨਹੀਂ ਪੜ੍ਹੀ? ਪਰ ਮੈਂ ਕਹਿੰਦਾ ਜੱਜ ਕਰ ਸਕਦਾ। ਮੈਂ ਕਹਿੰਦਾ ਕਿ ਤੁਹਾਨੂੰ ਜੱਜ ਕਰ ਸਕਦਾ। ਜੱਜ ਉਹ ਨਹੀਂ ਕਰ ਸਕਦਾ ਕਿ ਤੁਸੀਂ ਮਸੀਹ ਦੇ ਵਿੱਚ ਸਹੀ, ਜੱਜ ਤੁਹਾਨੂੰ ਤੁਹਾਡੀ ਬੋਲਚਾਲ ਤੋਂ ਪਤਾ ਲੱਗ ਸਕਦਾ ਕਿ ਤੁਸੀਂ ਵਚਨ ਪੜ੍ਹ ਰਹੇ ਹੋ। ਵਚਨ ਕਹਿੰਦਾ ਅਗਰ ਵਚਨ ਸਾਡੇ ਵਿੱਚ ਆ, ਜੋ ਭਗਵਾਨ ਦੇ ਸਾਡੇ ਅੰਦਰ ਆ, ਸੋਈ ਬਾਹਰ ਆਊ। ਅਗਰ ਉਹਦੇ ਵਿੱਚ ਵਚਨ ਹੈ ਤੇ ਵਚਨ ਹੀ ਬਾਹਰ ਆਏਗਾ। ਅਗਰ ਕੁਝ ਗਲਤ ਹੈ ਤੇ ਗਲਤ ਹੀ ਬਾਹਰ ਆਏਗਾ। ਹਾਲੇਲੂਇਆ। ਕਿ ਅੱਜ ਸਾਨੂੰ ਉਸ ਚੀਜ਼ ਨੂੰ ਦੇਖਦੇ ਹਾਂ ਅਸੀਂ ਕਿ ਜਦੋਂ ਇੱਟ ਨੂੰ ਤਿਆਰ ਕੀਤਾ ਜਾਂਦਾ, ਇੱਟ ਨੂੰ ਤਿਆਰ ਕਰਨ ਦੇ ਲਈ ਪਹਿਲਾਂ ਨਿਰੀਖਣ ਵੀ ਕੀਤਾ ਜਾਂਦਾ ਕਿ ਜਦੋਂ ਅਸੀਂ ਆਪਣੇ ਖਾਸ ਏਰੀਏ ਦੇ ਵਿੱਚ ਲੋਕ ਦੇਖਦੇ ਆ, ਆਪਾਂ ਕੋਈ ਘਰ ਬਣਾਉਣਾ ਹੁੰਦਾ, ਘਰ ਬਣਾਉਣ ਦੇ ਲਈ ਅਸੀਂ ਭੱਠਿਆਂ ਤੇ ਜਾਂਦੇ ਹਾਂ। ਅਸੀਂ ਇੱਟਾਂ ਇੱਕ ਭੱਠੇ ਤੋਂ ਪਸੰਦ ਦੂਜੀ ਤੇ ਜਾਂਦੇ ਹਾਂ। ਅਸੀਂ ਰੇਟ ਵੀ ਦੇਖਦੇ ਹਾਂ, ਨਾਲ ਅਸੀਂ ਵੀ ਦੇਖਦੇ ਕਿ ਇਹ ਇੱਕ ਕੁਆਲਿਟੀ ਦੀ ਹੈ, ਇਹਦੀ ਕੋਈ ਮਤਲਬ ਕਿ ਤਰੀਕ ਹੈਗੀ ਹੈ, ਕਿਸੇ ਪਾਸੇ ਤੇ ਏਦਾਂ ਹੀ ਹੈ। ਦੇਖਦੇ ਆ ਨਾ ਘਰ ਬਣਾਉਣ ਤੋਂ ਪਹਿਲਾਂ। ਸਹੀ ਹੈ। ਉਹ ਲਗਾਵੇ ਵੀ ਕਈ ਵਾਰ ਨਹੀਂ ਕੀ ਇਹ ਚਾਹੀਦੀ ਸਾਨੂੰ। ਠੀਕ ਹੈ। ਤੇ ਅੱਜ ਅਸੀਂ ਆਪਣੇ ਆਪ ਦੇ ਵਿੱਚ ਕਿ ਜਿਹੜੀ ਇੱਟ ਪਵਿੱਤਰ ਯਰੂਸ਼ਲਮ ਦੀ ਦੀਵਾਰ ਦੇ ਵਿੱਚ ਲੱਗਣੀ ਸੀ, ਉਹਨੂੰ ਕਿੰਨਾ ਨਿਰੀਖਣ ਕੀਤਾ ਗਿਆ, ਉਹਨੂੰ ਉੱਥੇ ਲਾਉਣ ਤੋਂ ਪਹਿਲਾਂ ਕੀਤਾ ਗਿਆ। ਉਹਨੂੰ ਕਿ ਅੱਜ ਹਾਊਸ ਆਫ ਗਲੋਰੀ ਦੇ ਵਿੱਚ ਜਦੋਂ ਅਸੀਂ ਦੀਵਾਰ ਬਣਾ ਰਹੇ ਹਾਂ, ਉਹ ਇੱਟ ਨੂੰ ਚੱਕ ਕੇ ਅਸੀਂ ਲਾ ਰਹੇ ਹਾਂ, ਤੇ ਕਿੰਨਾ ਨਿਰੀਖਣ ਹੋਣਾ ਜ਼ਰੂਰੀ।
कितना तरीका होना जरूरी है कि वो सोच साडे विच आ जिहड़ी सोच उस समय आई है। असीं अज अपनी इट है जिहड़ी अपनी जिंदगी है असीं ओनू नहीं सही कर पा रहे हैं। मैं तुहाडी मदद कर रहा, दोष नहीं ला रहा, मेरी भी जिंदगी इदां नहीं, मैं भी बड़ा कुछ किया गलत, बट जब सोच आई, जब परमेश्वर का प्रकाश आया, जिन्हें ब्रदर ने शेयर किया सी कि जब पौलुस ते परमेश्वर का आत्मा आया तो संत पौलुस कहा, जब उनका आत्मा उधर से आया तो संत पौलुस कहाया कि असीं अज हैं कि साडे ते वो प्रकाश आया आत्मा का, जब तक असीं यकीन नहीं किया कि आत्मा वाली भी होगी। सॉरी मैं तो दस रहा सुना जो समझ मेरे लिए आई है, जो प्रकाश मेरे लिए है, जो परमेश्वर ने मैनू इस वचन के विच दिता, मैनू इसलिए नहीं नहमाया की बुक दी कि मैं नहमाया की बुक पढ़ के तुहानू दस सकां कि नहमाया ने की कीता। मैं तुहानू दसना चाहना कि दीवार दी इट्टां दे विच तुसीं बुनियाद किस तरह रखोगे, क्योंकि तुसीं उस बुनियाद दे विच भी जाना है। गल असीं बुनियाद ही कर रहे हैं, वो एक एक इट है जिहड़ी वो बुनियाद दा काम कर रही है, वो न्याय दे विच जा रही है, वो न्याय तो ऊपर उठ रही है, वो ऊपर उठ के एक दीवार बना रही है जिथे कि सानू कोई ना देख सके, सिर्फ परमेश्वर की महिमा कर सके। मैं माया जदों ते गया सी, लोकां ने मैनूं क्वेश्चन किया कि सानू दीवार की लोड़ ही की है, सानू दीवार की लोड़ ही की है, ना सानू फाटक की लोड़ है। मैं माया नूं कहा सानू लोड़ ही नहीं, कहंदे साडा सब वधिया चल रहा है, पर मैं माया ने फिर की किया। हुण असीं भी कई बार साडे मन दे विच शायद क्वेश्चन आया होवे कि दीवार एडी वड्डी करने की जरूरत है कि सानू कोई देख ही ना सके। नहमाया ने भी किया, पर नहमाया ने जवाब पता की दिता, नहमाया ने जवाब दिता कि परमेश्वर यहोवा चाहता है कि ओदी कदे नहीं पासना की हो सके, ओदी कदे नहीं पासना हो सके, ना के बजाय होरां गुरुआं दी होरां लोकां सिर्फ मेरी पासना हो सके। ओदे फाटक बनाए क्यों अपने आप को प्रोटेक्ट कर सके, हो सके हाउस ऑफ ग्लोरी है थोड़ा प्रोटेक्ट है तो कवर कर रही है। अगर इस दीवार के जो बाहर जाओगे, बाहर जाके कुछ पल की खुशी शायद तो वड्डी मिल गई और वो सदा की नहीं होगी, वो कुछ पल की होगी। ये दीवार तो वड्डी हाउस ऑफ ग्लोरी है कि बुनियाद असीं हां, वो इट्टां असीं लग रहे हैं ਉਹਦੇ ਵਿੱਚ दीवार ਦੇ ਵਿੱਚ, ਤੇ अगर ਅਸੀਂ सही नहीं करांगे तो फिर सही नहीं होगा। ਹੁਣ देखो इट्टां ਨੂੰ ਅਸੀਂ ਨਿਰੀਖਣ ਕਰਦੇ ਹਾਂ, नहमाया ने भी किया। नहमाया जो गया सीगा उत्थे यरूशलेम दे विच, ਉਹ ਸਿੱਧਾ ਜਾ ਕੇ ਨਹੀਂ ਕੀਤਾ ਕਿ ਨਿਹੋ ਪੱਟ ਲਈ ਤੇ ਉਹਨਾਂ ਨੂੰ ਕਹਿੰਦਾ ਚਲੋ ਜੀ ਕੰਮ ਸ਼ੁਰੂ ਕਰੀਏ, ਨਹੀਂ। ਸਾਡੇ ਨਾਲ ਵੀ ਇਦਾਂ ਨਹੀਂ ਹੁੰਦਾ ਕਿ ਅਸੀਂ ਜੇ ਇੱਕ ਤਿਆਰ ਹੋ ਗਏ ਕਿ ਮੈਂ ਜਿਵੇਂ ਗੱਲ ਕਰ ਰਿਹਾ ਕਿ ਸਾਨੂੰ ਚੱਕਿਆ ਤੇ ਹੌਸਲ ਦੀ ਦੀਵਾਰ ਚਲਾ ਦੇ, ਚਲੋ ਨਹੀਂ, ਕੁਝ ਕੀਤਾ ਗਿਆ ਖਾਸ ਉਹਦੇ ਲਈ, ਜਿਵੇਂ ਪਾਸਟਰ ਜੋ ਹਰ ਵਕਤ ਕਰਦੇ ਵੀ ਹੈ। ਤੇ ਉਸੇ ਤਰ੍ਹਾਂ नहमाया ने की कीता देखते हैं दूसरे चैप्टर की 12वीं आयत की कीता ने कहना मैं रात को उठिया आ मैं अते मेरे नाल होर मनुख ते जेड़ा काम मेरे परमेश्वर ने मेरे दिल विच यरूशलेम लई करन नूं पाया सी, मैं किसे नूं ना दस्सिया अते ना मेरे नाल कोई पशु सी, शुद्ध पशु तो जिहदे ते मैं सवार सी, ठीक है। अते मैं रात नूं वादी दे फाटक तो निकल के नाग के सोते के सामने ते कूड़े के फाटकां नूं गया ते यरूशलेम दे टुटियां होईयां कंधां नूं अते अग दे खाधे होए फाटकां नूं वेखिया। पहला गया इहने निरीखण कीता, देखिया एक्चुअली तो होया कि इहनूं असीं सीधा किदां कर सकते हैं, सही किदां कर सकते हैं। अज साडीआं भी जिंदगी ने कदे कदे ओह की है जिहड़ा ट्रैक हुंदा ओह भटक जांदियां ने, तां फिर तुहानूं फोन जांदे आ जां कोई गलबात हुंदी है, तुहानूं पुछदे आ, तुहाडे नाल गलबात करदे आ कि असीं इस फाटक नूं सही किदां कर सकते। नहमाया ने जाके सीधा फाटक नूं सही नहीं ना कर दिता कि फाटक नूं चक्के ते सीधा कर देना, नहीं। पहला तो निरीखण कीता कि नुकसान कितना है, गलबात कितनी है, उस तो बाद फिर उस नतीजे ते पहुंचा कि मैं इन्हां नूं सही किवें करना। हालेलुया। उसे तरह कई बार साडा पास्टर जी भी कर रहे, अगर साडी जिहड़ी हिट है वो थोड़ी जी किते पिल्ली है, ਉਹਨੂੰ ਪਕਾਉਣ ਦੇ ਲਈ ਪ੍ਰੋਪਰ ਆ, कुछ ना कुछ सानूं ਕਹਿੰਦੇ ਰਹਿੰਦੇ आ ਉਹ कि नहीं ਇਹ चीज़ सही नहीं है, ਇੱਥੇ गलत है, आ चीज़ सानूं सही करने की जरूरत है, ਜਾਂ इस जगह ते ਅਸੀਂ आ चीज़ नूं गलत कीता सी, अज ਅਸੀਂ सही कर सकते। उस समय दे उत्ते
ਸਾਡੇ ਮਨਾਂ ਦੇ ਵਿੱਚ ਕਈਆਂ ਦੇ ਮੇਰੇ ਭਰਾਵਾਂ ਦੇ ਮਨ 'ਚ ਕਈ ਵਾਰ ਮੇਰੇ ਮਨ 'ਚ ਵੀ ਸੁੱਖ ਪਹਿਲਾਂ ਹੁੰਦੀ ਰਹੀ ਹੈ, ਪਰ ਹੁਣ ਨਹੀਂ, ਪਹਿਲਾਂ ਹੁੰਦੀ ਰਹੀ ਹੈ। ਕੀ ਸੁੱਖ ਹੁੰਦੀ ਰਹੀ ਆ? ਪੰਜ ਦੀ ਆਪ ਹੀ ਕਹਿ ਸਕਦੇ ਆ, ਸਾਨੂੰ ਤਾਂ ਦੇਖਣ ਅਸੀਂ ਇੰਨਾ ਕੁਝ ਕਰ ਰਹੇ, ਉਹ ਆਪਣੀ ਕਰੀ ਜਾਂਦੇ ਮਿਹਨਤ ਦੇ ਵਿੱਚ ਬੈਠੇ, ਸਾਨੂੰ ਵੀ ਪੁੱਛੋ ਅਸੀਂ ਕੀ ਕਰ ਰਹੇ ਹਾਂ। ਪਰ ਨਹੀਂ, ਨਹਿਮਾਇਆ ਨੂੰ ਉਹ ਚੀਜ਼ ਨਹੀਂ ਕੀਤੀ, ਨਹਿਮਾਇਆ ਨੂੰ ਤਰੀਕਾ ਕੀਤਾ, ਪ੍ਰੋਪਰ ਬਣਾਇਆ। ਤੇ ਅੱਜ ਅਸੀਂ ਵੀ ਆਪਣੀਆਂ ਜਿਹੜੀਆਂ ਅਸੀਤਾਂ ਦੀ ਗੱਲ ਕੀਤੀ ਹੈ, ਅਸੀਂ ਵੀ ਆਪਣੀ ਏਕਤਾ ਜਿਹੜੀ ਮਜ਼ਬੂਤ ਬਣਾਈਏ ਤਾਂ ਕਿ ਜਿਹੜੀ ਸਹੀ ਬੁਨਿਆਦ ਹਾਸਲ ਹੋਵੇ ਜੀ ਅਸੀਂ ਦਿੱਤੇ ਕੰਮ ਕਰਨਾ ਪਵੇਗਾ। ਹਾਲੇਲੂਇਆ। ਸਮਝ ਰਹੇ ਹੋ ਕੀ ਕਹਿ ਰਿਹਾ? ਯੈਸ। ਚਲੋ ਜੇ ਸਮਝ ਰਹੇ ਹੋ ਤਾਂ ਦੱਸੋ ਨਹਿਮਾਇਆ ਕੌਣ? ਨਹਿਮਾਇਆ ਕੌਣ? ਤੇ ਦਵਾਰ ਕੀ ਹੈ? ਤੇ ਤੁਸੀਂ ਕੀ ਹੋ? ਤੇ ਮਸਾਲਾ ਕੀ ਹੈ? सब कुछ है, सब कुछ है ना जो बोले गए 5 चीजें प्रार्थना और सब कुछ है ना। आज अपने दिल ते हथ रख के उस परमेश्वर सम्मुख के अगे जाओ ते कहो दसो जिन्होंने क्या आप शुरू में बोलिया कि असि परमेश्वर ਨੂੰ ਕੀ ਹੈ ਪਿਆਰ ਕਰਦੇ ਹਾਂ ਤੇ ਮੇਰਾ ਵਲ ਕੀ ਹੈ? ਮੇਰਾ ਯਹੋਵਾ ਹੈ। ਤੇ ਸਾਡੀ ਬੁਨਿਆਦ ਨੂੰ ਕੌਣ ਠੀਕ ਕਰੂਗਾ? ਬੁਨਿਆਦ ਨੂੰ ਠੀਕ ਕੋਈ ਕਰੇਗਾ ਨਾ, ਉਹ ਭੇਜੂਗਾ ਕਿ ਬੰਦੇ। ਜਦੋਂ ਯਰੂਸ਼ਲਮ ਨੇ ਕੰਧਾਂ ਡਿੱਗੀਆਂ ਸੀ, ਯਹੋਵਾ ਆਪ ਨਹੀਂ ਨਾ ਆਇਆ, ਉਹਨੇ ਕਿਹਾ ਨਹਿਮਾਇਆ ਨੂੰ ਭੇਜਿਆ ਕਿ ਜਾ ਕੇ ਉਹਨਾਂ ਨੂੰ ਸਹੀ ਕਰ ਸਕੇ। ਸਹੀ ਗੱਲ ਹੈ। ਉਸੇ ਲਈ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵੀ ਉਹ ਸਾਨੂੰ ਕੀ ਹੈ ਭੇਜਦੇ ਆ, ਸਾਡੀਆਂ ਜ਼ਿੰਦਗੀਆਂ ਨੂੰ ਸਹੀ ਕਰਦੇ। ਮੇਰਾ ਵਿਸ਼ਵਾਸ ਹੈ ਕਿ ਜੋ ਮੈਂ ਬੋਲ ਰਿਹਾ ਤੁਸੀਂ ਸਮਝ ਰਹੇ ਹੋ। ਯੈਸ। ਹਾਲੇਲੂਇਆ। ਹਾਲੇਲੂਇਆ। ਜੋ ਮੈਂ ਬੋਲਿਆ ਅੱਜ ਬੁਨਿਆਦ ਨੂੰ ਕੋਈ ਸਹੀ ਕਰਨ ਲਈ ਰੈਡੀ ਹੈ? ਯੈਸ। ਤੁਹਾਨੂੰ ਲੱਗ ਰਿਹਾ ਕਿ ਬੁਨਿਆਦ ਕਿਤੇ ਹਿੰਦੀ ਹੋਈ ਹੈ? ਯੈਸ। ਤੁਹਾਨੂੰ ਲੱਗ ਰਿਹਾ ਕਿ ਥੋੜੇ ਜਿਹੇ ਤੂਫਾਨ ਨਾਲ ਵੀ ਡਿੱਗ ਸਕਦੀ ਹੈ? ਨਹੀਂ ਡਿੱਗ ਸਕਦੇ, ਪਰ ਮੈਂ ਡਿੱਗਦੀ ਦੇਖੀ। ਹਾਲੇਲੂਇਆ। ਮੈਂ ਦੇਖੀ ਹੈ। ਪੱਕੇ ਵਿਸ਼ਵਾਸੀ ਹਨ ਜਿਹੜੇ ਮਜ਼ਬੂਤੀ ਨਾਲ ਖੜੇ ਹੁੰਦੇ ਆ, ਪਰ ਥੋੜੀ ਪ੍ਰੋਬਲਮ ਆਈ ਤੇ ਸਮਾਂ ਆਏਗਾ ਉਹ ਵੀ ਕਿ ਪਰਮੇਸ਼ਰ ਤੁਹਾਨੂੰ ਬਲ ਦੇਵੇਗਾ ਜਿਵੇਂ ਨਹਿਮਾਇਆ ਨੂੰ ਦਿੱਤਾ ਸੀ। ਸਮਾਂ ਆਏਗਾ ਪਰਮੇਸ਼ਰ ਵੀ ਤੁਹਾਨੂੰ ਇੱਕ ਦੀ ਤਰ੍ਹਾਂ ਯੂਜ਼ ਕਰੇ, ਪਰ ਇੱਕ ਨੂੰ ਪਿਆਰ ਕਰਨ ਦੇ ਲਈ ਸਾਨੂੰ ਵੀ ਤਾਂ ਕੁਝ ਕਰਨਾ ਪਵੇਗਾ ਨਾ। ਫਿਰ ਵੀ ਅਗਰ ਫਿਟ ਕਰਨਾ ਕਿ ਪਰਮੇਸ਼ਰ ਨੇ ਚਾਹੇ ਤੁਹਾਨੂੰ ਚੁਣਿਆ, ਉਹ ਚੁਣਨ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਸਾਡੇ ਮਨ ਦੇ ਵਿੱਚ ਸੋਚ ਨਹੀਂ। ਹਾਲੇਲੂਇਆ। ਕਿ ਅਸੀਂ ਜਾ ਕੇ ਯਰੂਸ਼ਲਮ ਦੀ ਦੀਵਾਰ ਦੇ ਵਿੱਚ ਮਦਦ ਕਰਨੀ ਹੈ, ਅਸੀਂ ਇੱਕ ਚੰਗੀ ਏਕ ਲੱਗਣਾ ਹੈ ਤਾਂ ਜੋ ਅਸੀਂ ਪਰਮੇਸ਼ਰ ਦੇ ਘਰ ਦੇ ਕੰਮ ਆਵੇ, ਅਸੀਂ ਪਰਮੇਸ਼ਰ ਦੇ ਰਾਜ ਦੇ ਲਈ ਯੂਜ਼ ਕੀਤੇ ਜਾਵੇ। ਹਾਲੇਲੂਇਆ। ਹਾਲੇਲੂਇਆ।